ਜਦੋਂ ਸਾਡੇ ਬੁੱਢੇ ਜਿਹੜੇ ਬਾਬਾ ਜੀ ਨੂੰ ਉਹਨਾਂ ਨੂੰ ਦੇਖੀਏ ਹੈ ਨਾ, ਤੇ ਆਪਣੀ ਜ਼ਮੀਨ ਦੀ ਲੜਾਈ ਚੱਲ ਪਈ ਹੈ, ਤੇ ਬਾਹਰ ਜਾ ਕੇ ਕੀ ਕਰਨਾ ਜਦ ਹੋਣ ਦੇ ਖਤਰੇ 'ਚ ਪਈ ਹੈ। ਸਾਡੀ ਜਿਹੜੀ ਮਿੱਟੀ ਤੋਂ ਬਿਨਾਂ ਇਹ ਤੋਂ ਉੱਪਰ ਤਾਂ ਹਜੇ ਹੈ ਨਹੀਂ ਕੁਛ। ਤੁਸੀਂ 1 ਸਾਲ ਲਾ ਕੇ ਆਏ ਹੋ, ਸਾਨੂੰ ਤੁਸੀਂ ਸ਼ਾਇਦ ਜ਼ਿਆਦਾ ਫਰਕ ਸਮਝ ਰਹੇ ਹੋ। ਬਹੁਤ ਜ਼ਿਆਦਾ। ਉੱਥੇ ਵੀ ਅਸੀਂ ਕਾਈਂਡ ਆਫ ਗੁਲਾਮੀ ਕਰ ਰਹੇ ਹਾਂ, ਤਾਂ ਲੱਗ ਰਿਹਾ ਵੀ ਆਪਣੇ ਦੇਸ਼ 'ਚ ਤਾਂ ਨਹੀਂ ਅਸੀਂ ਉਹ ਹੋਣ ਦਾਂਗੇ। ਰੋਣਾ ਵੀ ਆਉਂਦਾ ਸੀ, ਗੁੱਸਾ ਵੀ ਆਉਂਦਾ ਸੀ, ਤੇ ਬੈਠ ਕੇ ਇਹ ਲੱਗਦਾ ਸੀ ਕੀ ਕਰੀ ਜਾਂਦੇ ਇੱਥੇ ਬੈਠੇ ਹੈ ਨਾ, ਕੰਮ ਤੋਂ ਕੀ ਕਰਾਉਣਾ ਆ ਜਦ ਸਾਰਾ ਕੁਛ ਹੀ ਹਿੱਲ ਜਾਣਾ, ਜਦ ਸਾਨੂੰ ਗੁਲਾਮ ਹੀ ਬਣਾ ਲੈਣਾ ਹੈ, ਤੇ ਫਿਰ ਕੰਮਾਂ ਤੋਂ, ਪੈਸਿਆਂ ਤੋਂ, ਡਾਲਰਾਂ ਤੋਂ ਕੀ ਕਰਨਾ ਆ। ਤੁਸੀਂ ਬਿਲੀਵ ਨਹੀਂ ਕਰੋਗੇ, ਅਸੀਂ ਜਿੱਥੇ ਰਹਿ ਰਹੇ ਹਾਂ ਨਾ, ਅਸੀਂ ਰਾਤ ਨੂੰ ਥੋੜ੍ਹਾ ਜਿਹਾ ਮੂੰਹ ਵੀ ਬਾਹਰ ਕੱਢ ਲਈਏ ਨਾ ਕਿ ਕੁਛ ਚਾਹੀਦਾ, ਸਾਡੇ ਕੋਲ 3 ਤੋਂ 4 ਲੋਕ ਇੱਧਰੋਂ ਉੱਧਰੋਂ ਆਉਂਦੇ ਆ, ਪੁੱਤਰ ਕੁਛ ਚਾਹੀਦਾ। ਬੁੱਢੇ ਲੋਕੀ ਜਿਨ੍ਹਾਂ ਤੋਂ ਤੁਰਨਾ ਵੀ ਔਖਾ ਆ, ਉਹ ਰਾਤ ਨੂੰ ਉਹ ਵੀ ਬਾਪੂ ਜੀ ਆਉਣਗੇ, ਪੁੱਤ ਕੁਛ ਚਾਹੀਦਾ ਆ ਤੁਹਾਨੂੰ। ਦੇਰ ਆਰ ਪੀਪਲ ਜਿਹੜੇ ਆਪਣੀ ਕਹਿ ਲਓ ਹੈ ਨਾ ਜ਼ਮੀਨ ਵਾਸਤੇ, ਆਪਣੀ ਜਿਹੜੀ ਇੱਕ ਜਜ਼ਬਾ ਹੈ ਜਾਂ ਇਕਜੁੱਟਤਾ ਲਈ ਅੱਜ ਵੀ ਕੰਮ ਕਰ ਰਹੇ ਨੇ, ਤੇ ਉਹ ਖੜੇ ਨੇ। ਪਿਆਰ ਵੀ ਹੈਗਾ ਲੋਕਾਂ ਵਿੱਚ, ਉਨਾ ਹੀ ਪਿਆਰ ਤੇ ਸਤਿਕਾਰ ਕਰਨ ਵਾਲੇ ਲੋਕ ਵੀ ਤੁਹਾਨੂੰ ਮੈਂ ਕਹਿੰਦੀ ਹਾਂ 90 ਸਾਲਾਂ ਦੇ ਲੋਕੀ ਉਹ ਕਹਿੰਦੇ ਅਸੀਂ ਵਾਪਸ ਤੇ ਜਾਣਾ ਹੀ ਨਹੀਂ। ਤੇ ਜੇ ਉਹ ਖੜ ਸਕਦੇ, ਮੈਨੂੰ ਲੱਗਦਾ ਆਪਾਂ ਨੂੰ ਯੂਥ ਨੂੰ, ਕੋਈ ਕਿੱਥੇ ਵੀ ਬੈਠਾ ਨਾ, ਕਿਸੇ ਵੀ ਤਰੀਕੇ ਨਾਲ, ਜਿੰਨੇ ਲੋਕੀ ਦਿੱਲੀ ਪਹੁੰਚ ਸਕਦੇ ਉਹ ਇੱਥੇ ਪਹੁੰਚਣ, ਜੋ ਵੀ ਕਰ ਸਕਦਾ ਕੋਈ ਆਪਣੇ ਆਪਣੇ ਤੌਰ ਤੇ ਕਰਨਾ ਚਾਹੀਦਾ। ਕਿਸਾਨੀ ਸੰਘਰਸ਼ ਦੇ ਵਿੱਚ ਜਜ਼ਬਿਆਂ ਦੀ ਵੱਖਰੀਆਂ ਮਿਸਾਲਾਂ ਨੇ। ਪੰਜਾਬੀ ਜਿੱਥੇ ਪੰਜਾਬ ਤੋਂ ਉੱਠ ਕੇ ਆ ਰਹੇ ਨੇ, ਉੱਥੇ ਬਾਹਰ ਦੇ ਰਹਿਣ ਵਾਲੇ ਵੀ ਇੱਥੇ ਆਪਣਾ ਯੋਗਦਾਨ ਪਾ ਰਹੇ ਨੇ। ਇੱਕ ਇਹੋ ਜਿਹੀ ਮਿਸਾਲ ਦੇ ਨਾਲ ਗੱਲਬਾਤ ਕਰਾਂਗੇ ਜਿਹਦੇ ਉੱਤੇ ਮਾਣ ਪੰਜਾਬ ਤਾਂ ਕਰੇਗਾ ਹੀ, ਨਿਊਜ਼ੀਲੈਂਡ ਨੂੰ ਸ਼ਾਇਦ ਵਧੇਰੇ ਮਾਣ ਹੋਵੇ। ਸਾਡੇ ਨਾਲ ਰਮਨ ਨੇ। ਰਮਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਮਨ ਹੋਣਾ ਦੇ ਕੋਲੇ ਨਾ 2 ਆਪਸ਼ਨ ਸੀਗੇ, ਤੁਸੀਂ ਵਰਕ ਪਰਮਿਟ ਤੇ ਉੱਥੇ ਗਏ ਹੋ? ਹਾਂਜੀ, ਮੈਂ ਸਟੂਡੈਂਟ ਵੀਜ਼ਾ ਤੇ ਗਈ ਸੀ, ਹੁਣ ਉੱਥੇ ਵਰਕ ਪਰਮਿਟ ਤੇ ਹਾਂ ਜੀ। ਤੇ ਤੁਸੀਂ ਵਰਕ ਪਰਮਿਟ ਜੇ ਕੰਪਲੀਟ ਕਰਦੇ ਹੋ ਤਾਂ ਤੁਹਾਨੂੰ ਪੀਆਰ ਮਿਲੇਗੀ? ਜੀ ਬਿਲਕੁਲ। ਤੁਹਾਡੀ ਪੀਆਰ ਖਤਰੇ 'ਚ ਹੈ? ਕਾਈਂਡ ਆਫ, ਬਿਲਕੁਲ ਕਹਿ ਸਕਦੇ ਹਾਂ। ਹਾਂਜੀ, ਮਤਲਬ ਤੁਸੀਂ ਕਿਸਾਨਾਂ ਦੇ ਲਈ ਪੀਆਰ ਤੇ ਕਿਸਾਨ 2 ਆਪਸ਼ਨ ਸੀਗੇ, ਤੁਸੀਂ ਕਿਸਾਨ ਚੁਣ ਕੇ ਦਿੱਲੀ ਪਹੁੰਚੇ? ਬਿਲਕੁਲ ਜੀ ਬਿਲਕੁਲ। ਮੇਰਾ ਵਰਕ ਫਰੋਮ ਹੋਮ ਚੱਲ ਰਿਹਾ ਹੈਗਾ, ਤੇ ਮੈਂ ਕਾਫੀ ਜ਼ਿਆਦਾ ਦਿਨਾਂ ਤੋਂ ਉਦੋਂ ਤੋਂ ਛੁੱਟੀ 'ਤੇ ਚੱਲ ਰਹੀ ਹਾਂ, ਤੇ ਮੰਡੇ ਨੂੰ ਵੀ ਹੁਣ ਫੇਰ ਅਗੈਨ ਮੈਂ ਛੁੱਟੀ ਦੀ ਰਿਕੁਐਸਟ ਕਰਨੀ ਆ। ਹੁਣ ਦੇਖੋ ਅੱਗੇ ਕੀ ਬਣਦਾ ਆ ਜੀ। ਮਤਲਬ ਕਿਵੇਂ ਮਨ 'ਚ ਆਇਆ? ਕਿਉਂਕਿ ਬਾਹਰ ਜਾਣ ਦੀ ਤਾਂ ਹੋੜ ਹੈ ਇੱਕ, ਹੈ ਨਾ ਸਾਡੇ ਲੋਕਾਂ 'ਚ, ਵੀ ਤੁਸੀਂ ਕਹਿੰਦੇ ਹੋ ਵੀ ਚਲੋ ਬਾਹਰ ਵਾਲੀ ਆਪਸ਼ਨ ਵਾਲੇ ਬੰਦ ਰੱਖੀਏ, ਪਹਿਲਾਂ ਆਹ ਜੰਗ ਜ਼ਰੂਰੀ। ਕਿਵੇਂ ਮਨ 'ਚ ਆਇਆ? ਬਿਲਕੁਲ, ਮੈਨੂੰ ਲੱਗਦਾ ਜੇ ਆਪਾਂ ਗਰਾਊਂਡ ਹੈ ਨਾ, ਜਦੋਂ ਸਾਡੇ ਬੁੱਢੇ ਜਿਹੜੇ ਬਾਬਾ ਜੀ ਨੂੰ ਉਹਨਾਂ ਨੂੰ ਦੇਖੀਏ ਹੈ ਨਾ, ਤੇ ਆਪਣੀ ਜ਼ਮੀਨ ਦੀ ਲੜਾਈ ਚੱਲ ਪਈ ਹੈ, ਤੇ ਬਾਹਰ ਜਾ ਕੇ ਕੀ ਕਰਨਾ ਜਦ ਹੋਣ ਦੇ ਖਤਰੇ 'ਚ ਪਈ ਹੈ, ਉੱਥੇ ਜਾ ਕੇ ਵੀ ਕੀ ਕਰ ਲਾਂਗੇ, ਫਿਰ ਵੀ ਕੁਛ ਨਹੀਂ ਬਣਨੇ ਵਾਲਾ ਹੈ ਨਾ। ਉੱਥੇ ਜਾ ਕੇ ਮੈਂ ਡਾਲਰ ਕਮਾ ਲੂੰਗੀ, ਪਰ ਜਦ ਮੇਰੀ ਹੋਣ ਦੇ ਖਤਰੇ 'ਚ ਪਈ ਹੈ, ਬੈਠ ਨਹੀਂ ਹੁੰਦਾ ਸੀ ਘਰ 'ਚ। ਕੀ ਚੱਲਦਾ ਕਿਸੇ ਦਿਮਾਗ 'ਚ? ਰੋਣਾ ਵੀ ਆਉਂਦਾ ਸੀ, ਗੁੱਸਾ ਵੀ ਆਉਂਦਾ ਸੀ, ਤੇ ਬੈਠ ਕੇ ਇਹ ਲੱਗਦਾ ਸੀ ਕੀ ਕਰੀ ਜਾਂਦੇ ਇੱਥੇ ਬੈਠੇ ਹੈ ਨਾ, ਕੰਮ ਤੋਂ ਕੀ ਕਰਾਉਣਾ ਆ ਜਦ ਸਾਰਾ ਕੁਛ ਹੀ ਹਿੱਲ ਜਾਣਾ, ਜਦ ਸਾਨੂੰ ਗੁਲਾਮ ਹੀ ਬਣਾ ਲੈਣਾ, ਤੇ ਫਿਰ ਕੰਮਾਂ ਤੋਂ, ਪੈਸਿਆਂ ਤੋਂ, ਡਾਲਰਾਂ ਤੋਂ ਕੀ ਕਰਨਾ ਆ ਜੀ। ਇੱਥੇ ਆਏ ਹੋ, ਤਸਵੀਰਾਂ ਵੱਖੋ ਵੱਖਰੀਆਂ, ਸਾਡੇ ਬਜ਼ੁਰਗ ਭੁੰਜੇ ਸੋ ਰਹੇ ਨੇ ਪੱਲੀਆਂ ਲੈ ਕੇ। ਬਿਲਕੁਲ, ਬਹੁਤ ਜ਼ਿਆਦਾ ਤਸਵੀਰਾਂ ਤਾਂ ਦੇਖ ਕੇ ਕਦੀ ਰੋਣਾ ਹੁੰਦਾ ਹੈ, ਕਦੀ ਆਪਣੇ ਆਪ ਤੇ ਮਾਣ ਹੁੰਦਾ, ਕਦੀ ਨਾਲ ਵਾਲਿਆਂ ਤੇ ਮਾਣ ਹੁੰਦਾ ਦੇਖ ਕੇ। ਮਤਲਬ ਸੌਰੀ ਟੂ ਸੇ, ਗੱਲਾਂ ਕਰਦੇ ਆ ਨਾ ਆਪਾਂ, ਉਹਨਾਂ ਤੋਂ ਸਿੱਖਣੇ ਨੂੰ ਇੰਨਾ ਕੁਛ ਮਿਲਦਾ, ਉਹਨਾਂ ਨੂੰ ਦੇਖ ਕੇ ਜਜ਼ਬਾ ਹੋਰ ਮਜ਼ਬੂਤ ਹੁੰਦਾ ਹੈ ਵੀ ਜੇ ਇੱਦਾਂ ਦੇ ਲੋਕੀ ਆ ਕੇ ਬਹਿ ਸਕਦੇ ਆ। ਅਸੀਂ ਕੱਲ੍ਹ ਹੀ ਮੈਂ ਗੱਲ ਕਰ ਰਹੀ ਸੀ, ਇੱਕ 90 ਸਾਲ ਦੇ ਬਾਬਾ ਜੀ ਸੀਗੇ, ਉਹ ਬਾਪੂ ਜੀ ਮਤਲਬ ਇੰਨੇ ਹੌਸਲੇ 'ਚ, ਉਹ ਕਹਿੰਦੇ ਪੁੱਤਰ ਅਸੀਂ ਤੁਹਾਡੇ ਤੋਂ ਪਹਿਲਾਂ ਅੱਗੇ ਖੜਾਂਗੇ, ਜੇ ਕੁਛ ਵੀ ਗਲਤ ਹੁੰਦਾ ਆ ਨਾ ਅਸੀਂ ਤੁਹਾਡੇ ਤੋਂ ਪਹਿਲਾਂ ਖੜਾਂਗੇ। ਇਟ ਵਾਜ਼ ਸੋ ਬਿਊਟੀਫੁਲ। ਮਤਲਬ ਤੁਹਾਨੂੰ ਦੇਖ ਕੇ ਇੱਦਾਂ ਲੱਗਦਾ ਕਿ ਜੇ ਇੱਦਾਂ ਦੇ ਲੋਕ 90 ਸਾਲਾਂ ਦੇ ਲੋਕੀ ਉਹ ਕਹਿੰਦੇ ਅਸੀਂ ਵਾਪਸ ਤੇ ਜਾਣਾ ਹੀ ਨਹੀਂ, ਤੇ ਜੇ ਉਹ ਖੜ ਸਕਦੇ, ਮੈਨੂੰ ਲੱਗਦਾ ਆਪਾਂ ਨੂੰ ਯੂਥ ਨੂੰ, ਕੋਈ ਕਿੱਥੇ ਵੀ ਬੈਠਾ ਨਾ, ਕਿਸੇ ਵੀ ਤਰੀਕੇ ਨਾਲ, ਜਿੰਨੇ ਲੋਕੀ ਦਿੱਲੀ ਪਹੁੰਚ ਸਕਦੇ ਉਹ ਇੱਥੇ ਪਹੁੰਚਣ, ਜੋ ਵੀ ਕਰ ਸਕਦਾ ਕੋਈ ਆਪਣੇ ਆਪਣੇ ਤੌਰ ਤੇ ਕਰਨਾ ਚਾਹੀਦਾ। ਤੁਹਾਡੀਆਂ ਅੱਖਾਂ ਦੇ ਵਿੱਚ ਤੇ ਆਵਾਜ਼ 'ਚ ਭਾਵੁਕਤਾ ਹੈ। ਬਿਲਕੁਲ, ਇਹ ਚੀਜ਼ ਹੋਣੀ ਮੰਗਦੀ ਆ ਹੈ ਨਾ। ਜੇ ਮਿੱਟੀ ਨਾਲ ਜ਼ਿਆਦਾ ਪਿਆਰ ਹੈ, ਬਹੁਤ ਜ਼ਿਆਦਾ। ਬਿਲਕੁਲ, ਮੈਂ ਤੇ ਹੁਣ ਤੇ ਇੱਦਾਂ ਲੱਗ ਰਿਹਾ ਵੀ ਮੈਂ ਸ਼ਾਇਦ ਵਾਪਸ ਵੀ ਨਾ ਜਾਵਾਂ। ਇੱਕ ਤਾਂ ਉਂਝ ਵੀ ਜੋ ਵੀ ਚੀਜ਼ਾਂ ਚੱਲ ਰਹੀਆਂ, ਤੇ ਉਹ ਇਹਨੂੰ ਦੇਖ ਕੇ ਤਾਂ ਇੱਦਾਂ ਲੱਗਿਆ ਆ ਨਹੀਂ ਜੀ ਅਸੀਂ ਤਾਂ ਇੱਥੇ ਹੀ ਖੜਨਾ ਹੈ, ਸਾਡੀ ਜਿਹੜੀ ਮਿੱਟੀ ਤੋਂ ਬਿਨਾਂ ਇਹ ਤੋਂ ਉੱਪਰ ਤਾਂ ਹਜੇ ਹੈ ਨਹੀਂ ਕੁਛ। ਤੁਸੀਂ 1 ਸਾਲ ਲਾ ਕੇ ਆਏ ਹੋ, ਸਾਨੂੰ ਤੁਸੀਂ ਸ਼ਾਇਦ ਜ਼ਿਆਦਾ ਫਰਕ ਸਮਝ ਰਹੇ ਹੋ। ਬਹੁਤ ਜ਼ਿਆਦਾ। ਉੱਥੇ ਵੀ ਅਸੀਂ ਕਾਈਂਡ ਆਫ ਗੁਲਾਮੀ ਕਰ ਰਹੇ ਹਾਂ, ਤਾਂ ਲੱਗ ਰਿਹਾ ਵੀ ਆਪਣੇ ਦੇਸ਼ 'ਚ ਤਾਂ ਨਹੀਂ ਅਸੀਂ ਉਹ ਹੋਣ ਦਾਂਗੇ ਜੀ। ਫਰਕ ਕੀ ਹੈ ਦੋਵਾਂ ਦੇਸ਼ਾਂ 'ਚ? ਪਿਆਰ ਦਾ, ਮੁਹੱਬਤ ਦਾ, ਇਕਜੁੱਟਤਾ ਦਾ ਹੈ ਨਾ, ਜਿਹੜੀ ਇੱਥੇ ਮਿਲਦੀ ਹੈ। ਇੱਥੇ ਕਿਸੇ ਵੀ ਬਾਪੂ ਜੀ, ਤੁਸੀਂ ਬਿਲੀਵ ਨਹੀਂ ਕਰੋਗੇ, ਅਸੀਂ ਜਿੱਥੇ ਰਹਿ ਰਹੇ ਹਾਂ ਨਾ,
ਅਸੀਂ ਰਾਤ ਨੂੰ ਥੋੜਾ ਜਿਹਾ ਮੂੰਹ ਵੀ ਬਾਹਰ ਕੱਢ ਲਈਏ ਨਾ ਕਿ ਕੁਛ ਚਾਹੀਦਾ, ਸਾਡੇ ਕੋਲੇ 3 ਤੋਂ 4 ਲੋਕੀ ਇੱਧਰੋਂ ਉੱਧਰੋਂ ਆਉਂਦੇ ਆ, ਪੁੱਤਰ ਕੁਛ ਚਾਹੀਦਾ। ਬੁੱਢੇ ਲੋਕੀ ਜਿਨ੍ਹਾਂ ਤੋਂ ਤੁਰਨਾ ਵੀ ਔਖਾ ਆ, ਉਹ ਰਾਤ ਨੂੰ ਉਹ ਵੀ ਬਾਪੂ ਜੀ ਆਉਣਗੇ, ਪੁੱਤ ਕੁਛ ਚਾਹੀਦਾ ਆ ਤੁਹਾਨੂੰ। ਅਸੀਂ ਵਾਸ਼ਰੂਮ ਜਾਣਾ, ਸਾਨੂੰ ਪਹਿਲਾਂ ਆਪਣੇ ਨਾਲ ਲੈ ਕੇ ਜਾਂਦੇ ਆ। ਇਹ ਚੀਜ਼ ਤੁਹਾਨੂੰ ਉੱਥੇ ਕਦੀ ਵੀ ਨਹੀਂ ਮਿਲੂਗੀ, ਕਿਸੇ ਨੂੰ ਵੀ ਨਹੀਂ ਮਿਲਦੀ ਹੈ ਨਾ। ਉੱਥੇ ਇਗਨੋਰੈਂਸ ਵੱਧ ਹੈ ਬਹੁਤ ਜ਼ਿਆਦਾ। ਉੱਥੇ ਲੋਕੀ ਬਿਮਾਰ ਹੋਏ ਪਏ ਰਹਿੰਦੇ ਆ, ਕਿਸੇ ਨੂੰ ਕੋਈ ਪੁੱਛਦਾ ਨਹੀਂ ਹੈ ਨਾ। ਤੇ ਇੱਥੇ ਤੁਹਾਨੂੰ ਮਤਲਬ ਖਵਾਇਆ ਜਾ ਰਿਹਾ ਧੱਕੇ ਨਾਲ। ਉੱਥੇ ਨਹੀਂ ਬੈਠ ਕੇ ਜਾਓ, ਆਹ ਕਰਕੇ ਜਾਓ, ਤੁਸੀਂ ਉਦੋਂ ਦੇ ਸਾਨੂੰ ਦੇਖੀ ਜਾਂਦੇ ਆ, ਅਸੀਂ ਤੁਸੀਂ ਤੁਰੇ ਫਿਰ ਰਹੇ ਹੋ, ਤੁਸੀਂ ਆਹ ਕੰਮ ਕਰੀ ਜਾਂਦੇ ਸੀ, ਨਹੀਂ ਪੁੱਤ ਦੁੱਧ ਪੀ ਕੇ ਜਾਓ, ਪਹਿਲਾਂ ਪਿੰਨੀਆਂ ਖਾ ਕੇ। ਇੱਕ ਜਦੋਂ ਸੋਚਦੇ ਹਾਂ ਆਪਾਂ ਕੁਛ, ਆਪਾਂ ਬਹੁਤ ਸਿਖਰਲੇ ਲੈਵਲ ਤੇ ਜਾਂਦੇ ਹਾਂ, ਉਦੋਂ ਅਸੀਂ ਭਾਵੁਕ ਹੁੰਦੇ ਹਾਂ। ਮਾਈਂਡ 'ਚ ਕਿੱਥੇ ਜਾ ਕੇ ਗੱਲ ਖਤਮ ਹੁੰਦੀ ਹੈ ਤੁਹਾਡੇ? ਕੀ ਹੱਸ ਰਹੇ ਹੋ ਤੁਸੀਂ? ਸੋਚਣ ਤੇ ਮੇਰੇ ਖਿਆਲ 'ਚ ਨਾ ਅੱਜ ਦੇ ਟਾਈਮ ਤੇ ਤਾਂ ਹਰ ਇੱਕ ਜਾਣਾ ਹੀ ਮਜਬੂਰ ਹੋ ਗਿਆ ਆ। ਜੇ ਤੁਸੀਂ ਵੀਡੀਓਜ਼ ਦੇਖਦੇ ਹੋ ਜਾਂ ਆਸ-ਪਾਸ ਜੋ ਵੀ ਹੋਈ ਜਾਂਦਾ ਤੇ ਸੋਚਣ ਤੇ ਮਜਬੂਰ ਹੋਣਾ ਵੀ ਚਾਹੀਦਾ। ਤੇ ਭਾਵੁਕਤਾ, ਮੈਨੂੰ ਲੱਗਦਾ ਭਾਵੁਕਤਾ ਹਰ ਪੰਜਾਬੀ 'ਚ ਹੈਗੀ ਹੋਈ ਹੈ। ਜਿਹੜਾ ਘੱਟ ਵੀ ਸੋਚਦਾ ਨਾ ਉਹਦੇ 'ਚ ਵੀ ਹੈ, ਤੇ ਜਿਹੜਾ ਥੋੜਾ ਜਿਹਾ ਜ਼ਿਆਦਾ ਸੋਚਦਾ ਉਹਦੇ ਲਈ ਜ਼ਿਆਦਾ ਔਖਾ। ਅਸੀਂ ਨਾ ਵੀਡੀਓ ਪਾਉਂਦੇ ਆ, ਜਿਵੇਂ ਬਾਬਾ ਜੀ ਦੀ ਪਾਈ ਜਾਂ ਬਜ਼ੁਰਗਾਂ ਦੀ ਜਿਨ੍ਹਾਂ ਨੇ ਗੋਲੀਆਂ ਝੱਲੀਆਂ, ਥੱਲੇ ਕਮੈਂਟ ਲੋਕਾਂ ਦੇ ਹੁੰਦੇ ਕਿ ਬਾਬਾ ਜੀ ਤੁਹਾਡੀ ਗੱਲ ਸੁਣ ਕੇ ਰੋਣਾ ਆ ਗਿਆ। ਹਾਂਜੀ ਬਿਲਕੁਲ, ਰੋਣਾ ਆਉਂਦਾ। ਮੈਂ ਕਹਿੰਦੀ ਹਾਂ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਨਾ, ਕਿ ਬਾਬਾ ਜੀ ਦੀਆਂ ਗੱਲਾਂ ਦੱਸ ਰਹੇ ਹੋ, ਅਸੀਂ ਇੱਥੇ ਕਿੰਨੇ ਜਾਣੇ ਇੱਦਾਂ ਦੇ ਨੇ ਜਿਹੜੇ ਆਪਾਂ ਕਹਿ ਰਹੇ ਸੀ ਨਾ ਸੈਲੀਬ੍ਰਿਟੀਜ਼ ਦੀ ਹੋੜ ਲੱਗੀ ਹੋਈ ਆ, ਉਹ ਹੋੜ ਲੱਗੀ ਆ, ਇਹ ਹੋੜ ਲੱਗੀ ਹੈ। ਇੱਥੇ ਜਦੋਂ ਆਸ-ਪਾਸ ਆਪਾਂ ਜਾਵਾਂਗੇ ਨਾ, ਇੱਧਰ ਕੋਨੇ ਉੱਧਰ ਕੋਨੇ ਹਰ ਕੋਈ ਸੈਲੀਬ੍ਰਿਟੀ ਬੈਠਾ ਹੋਇਆ। ਕਿਸੇ ਬਾਬਾ ਜੀ ਨਾਲ ਗੱਲ ਕਰਕੇ ਵੇਖੋ, ਉਹਨਾਂ ਕੋਲੋਂ ਇੰਨੀਆਂ ਗੱਲਾਂ ਸੁਣਨੇ ਮਿਲਦੀਆਂ। ਇੱਕ ਬਾਬਾ ਜੀ ਸੀ, ਉਹ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਉਹਨਾਂ ਦਾ ਪਿੰਡ ਹੈ। ਉਹ ਦੱਸਦੇ ਸੀ ਕਿ ਅਸੀਂ ਡੇਲੀ ਕੀ ਜੰਗ ਲੜ ਰਹੇ ਹਾਂ, ਉਹ ਕੀ ਕਰ ਰਹੇ ਆ ਉਹਨਾਂ ਦੇ ਖੇਤਾਂ ਦੀ, ਹੈ ਨਾ, ਉਹਨਾਂ ਦੇ ਬਾਰਡਰ ਉਹ ਖੋਲ੍ਹਦੇ ਆ। ਕਹਿੰਦੇ ਪੁੱਤਰ ਸਾਨੂੰ ਹੈ ਨਾ ਜਾਣ 'ਚ ਕਿੰਨੀ ਦਿੱਕਤ ਆਉਂਦੀ ਹੈ, ਅਸੀਂ ਖੇਤੀ ਉੱਧਰ ਜਾ ਕੇ ਕਰਨੀ ਹੈ। ਕਦੀ ਫੌਜੀ ਕਹਿੰਦੇ ਆ ਜੀ ਹੁਣ ਰੁਕ ਜਾਓ, ਹੁਣ ਸਾਡਾ ਲੰਚ ਬ੍ਰੇਕ ਆ। ਤੇ ਉਹ ਕਿੰਨੀਆਂ ਤੁਹਾਡੇ ਪਰਿਵਾਰ 'ਚ ਖੇਤੀ ਹੈ? ਜੀ ਬਿਲਕੁਲ, ਮੈਂ ਬੈਕਗਰਾਉਂਡ ਤੇ ਮੇਰਾ ਖੇਤੀ ਹੈ। ਤੁਸੀਂ ਆਪ ਕੀਤੀ ਕਦੀ? ਮੈਂ ਤੇ ਨਹੀਂ ਕਦੀ ਕੀਤੀ, ਪਰ ਜਿਹੜਾ ਬੈਕਗਰਾਉਂਡ ਹੁੰਦਾ ਹੈ ਨਾ, ਤੇ ਉਹ ਤੇ ਹੁੰਦਾ ਹੀ ਹੈ। ਅੱਜ ਬੈਕਗਰਾਉਂਡ ਉੱਤੇ ਖਤਰਾ, ਇਸੇ ਲਈ ਇੱਥੇ ਖੜੇ ਆ ਜੀ। ਜੰਗ ਜਿੱਤਾਂਗੇ ਬਿਲਕੁਲ। ਦੇਖੋ ਤਾਂ ਸਹੀ ਜੋਸ਼, ਜਿਹੜੀ ਚੀਜ਼ ਮਤਲਬ ਪੋਲੀਟੀਸ਼ੀਅਨਸ ਵੀ ਪਿੱਛੇ ਲੱਗੇ ਪਏ ਆ, ਹੈ ਨਾ। ਹੁਣ ਜਿਹੜਾ ਲੋਕਾਂ ਦੀ ਯੂਨਿਟੀ ਤੇ ਏਕਾ ਹੈ ਨਾ, ਸਾਡੇ ਬਾਬਾ ਜੀ, ਸਾਡੀਆਂ ਬੇਬੇ, ਤੁਸੀਂ ਕਿਸੇ ਨੂੰ ਫੋਨ ਕਰਦੇ ਸੁਣਿਓ ਰਾਤਾਂ ਨੂੰ, ਸਵੇਰੇ ਅਸੀਂ ਟਰਾਲੀ ਜਿੱਥੇ ਸੁੱਤੇ ਹੁੰਦੇ ਆ ਉਹਦੇ ਆਸ-ਪਾਸ ਕਦੀ ਸੁਣਿਓ, ਫੋਨ ਤੇ ਵੀ ਗੱਲਾਂ ਕਰਨਗੇ ਨਾ, ਉਹ ਆਪਣੇ ਘਰ ਗੱਲ ਕਰ ਰਹੇ ਹੁੰਦੇ ਆ, ਸਿੱਧਾ ਕਹਿ ਰਹੇ ਹੁੰਦੇ ਅਸੀਂ ਨਹੀਂ ਹਾਲੇ ਆਉਣ ਲੱਗੇ ਜਦ ਤੱਕ ਇਹ ਨਾ ਨਹੀਂ ਕਹਿੰਦੇ, ਉਦ ਤੱਕ ਅਸੀਂ ਵਾਪਸ ਨਹੀਂ ਜਾਣਾ। ਲੋਕ ਤਾਂ ਕਹਿੰਦੇ ਵੀ ਸ਼ਹੀਦ ਹੋਣਾ ਹੈ। ਬਹੁਤ ਬੁਰੇ ਤਰੀਕੇ ਨਾਲ ਕਹਿ ਰਿਹਾ। ਜਿਹੜੀ ਮੈਂ ਤੁਹਾਨੂੰ 90 ਸਾਲ ਦੇ ਬਾਬਾ ਜੀ ਦੀ ਗੱਲ ਕਰ ਰਹੀ ਸੀ, ਉੱਦਾਂ ਦੀ ਗੱਲਾਂ ਇੰਨੇ ਜਾਣਿਆਂ ਨੇ ਕਹਿਤੀਆਂ। ਤੇ ਉੱਤੋਂ ਦੀ ਕਹਿਣਗੇ ਅਸੀਂ ਤੁਹਾਡੇ ਅੱਗੇ ਖੜੇ ਹੋਵਾਂਗੇ, ਕੁਛ ਹੋਊਗਾ ਨਾ ਪੁੱਤਰ। ਅਸੀਂ ਉਹ ਡਾਂਗ ਦਿਖਾ ਰਹੇ ਸੀ ਆਪਣੀ, ਮਤਲਬ ਇੱਕ 90 ਸਾਲ ਦਾ ਬੰਦਾ ਇੱਦਾਂ ਕਵੇ ਕਿ ਅਸੀਂ ਤੁਹਾਡੇ ਤੋਂ ਪਹਿਲਾਂ ਖੜੇ ਹੋਵਾਂਗੇ। ਜਜ਼ਬੇ ਕਦੀ ਪੰਜਾਬ 'ਚ ਪਹਿਲਾਂ ਦਿਖੇ? ਪੰਜਾਬ ਦਾ ਸੁਣਦੇ ਹੁੰਦੇ ਸੀ, ਹੈ ਨਾ, ਕਿਤੇ ਨਾ ਕਿਤੇ ਹੁਣ ਕਹਿ ਦਿੰਦੇ ਆ ਲੋਕੀ ਕਿ ਪੰਜਾਬ 'ਚ ਐਵੇਂ ਹੋ ਗਿਆ ਜੀ, ਹੁਣ ਇੱਕ ਜੁੱਟਤਾ ਨਹੀਂ ਰਹੀ, ਇਹ ਨਹੀਂ ਹੋ ਰਿਹਾ, ਨਸ਼ੇ ਹੋ ਗਿਆ, ਉਹ ਹੋ ਗਿਆ। ਪਰ ਇੱਥੇ ਆ ਕੇ ਪਤਾ ਲੱਗਦਾ ਹੈ ਨਾ, ਜਦੋਂ ਆਪਾਂ ਆਪਣੇ ਆਸ-ਪਾਸ ਅਸਲ 'ਚ ਲੋਕਾਂ ਨੂੰ ਜਿਹੜੇ ਗਰਾਊਂਡ 'ਤੇ ਕੰਮ ਕਰ ਰਹੇ ਨੇ ਨਾ, ਉਹਨਾਂ ਨੂੰ ਦੇਖਦੇ ਆ, ਉਹਨਾਂ ਨੂੰ ਮਿਲਦੇ ਆ, ਉਦੋਂ ਪਤਾ ਲੱਗਦਾ ਵੀ ਨਹੀਂ, ਉਹ ਚੀਜ਼ਾਂ ਹੈਗੀਆਂ ਜਿਹੜੀਆਂ ਪੰਜਾਬੀ ਦੇ ਖੂਨ 'ਚ ਚੀਜ਼ਾਂ ਕਹਿੰਦੇ ਹੁੰਦੇ ਆ ਨਾ, ਉਹ ਹੈਗੀਆਂ ਨੇ। ਨੋ ਡਾਊਟ ਉਹ ਕਿਤੇ ਨਾ ਕਿਤੇ ਪੋਲੀਟੀਸਾਈਜ਼ ਕਰਕੇ ਉਹਨਾਂ ਨੂੰ ਇੱਦਾਂ ਕਰ ਦਿੱਤਾ ਜਾਂਦਾ, ਪਰ ਦੇਰ ਆਰ ਪੀਪਲ ਜਿਹੜੇ ਆਪਣੀ ਕਹਿ ਲਓ ਹੈ ਨਾ ਜ਼ਮੀਨ ਵਾਸਤੇ, ਆਪਣੀ ਜਿਹੜੀ ਇੱਕ ਜਜ਼ਬਾ ਹੈ ਜਾਂ ਇੱਕਜੁੱਟਤਾ ਲਈ ਅੱਜ ਵੀ ਕੰਮ ਕਰ ਰਹੇ ਨੇ, ਤੇ ਉਹ ਖੜੇ ਨੇ। ਪਿਆਰ ਵੀ ਹੈਗਾ ਲੋਕਾਂ ਵਿੱਚ, ਉਨਾ ਹੀ ਪਿਆਰ ਤੇ ਸਤਿਕਾਰ ਕਰਨ ਵਾਲੇ ਲੋਕ ਵੀ ਤੁਹਾਨੂੰ ਮੈਂ ਕਹਿੰਦੀ ਹਾਂ ਤੁਰੋ ਸਹੀ ਇੱਧਰ ਉੱਧਰ, ਤੁਸੀਂ ਵੀ ਕਿੰਨੇ ਲੋਕੀ ਦੇਖ ਹੀ ਲਏ ਹੋਣੇ ਆ। ਪੰਜਾਬ ਲਈ ਪੂਰਾ ਪੰਜਾਬ ਤਿਆਗ ਕਰ ਰਿਹਾ, ਤੁਸੀਂ ਵੀ ਆਪਣਾ ਹਿੱਸਾ ਪਾਇਆ, ਤਿਆਗ ਕੀਤਾ ਹੈ। ਇੱਕ ਉਮੀਦ ਹੁੰਦੀ ਹੈ ਉਹ ਤਿਆਗ ਦਾ ਫਲ ਤੁਹਾਨੂੰ ਲੱਗਦਾ ਮਿਲੇ? ਬਿਲਕੁਲ ਮਿਲੂਗਾ, ਜਦੋਂ ਲੋਕ ਇੱਕ ਨੇ ਨਾ, ਇੱਕਜੁੱਟਤਾ 'ਚ ਕਹਿੰਦੇ ਹਮੇਸ਼ਾ ਹੀ ਉਹ ਹੁੰਦੀ ਹੈ ਨਾ। ਇੱਦਾਂ ਦੀ ਚੀਜ਼ ਆਪਾਂ ਕਿੰਨੇ ਹੀ ਸਾਲ ਹੋ ਗਏ ਸੀ ਦੇਖੀ ਨਹੀਂ। ਤੁਸੀਂ ਬਿਲੀਵ ਨਹੀਂ ਕਰਨਾ, ਅੱਜ ਵੀ ਅਸੀਂ ਥੋੜ੍ਹਾ ਟਾਈਮ ਪਹਿਲਾਂ ਦੀ ਗੱਲ ਹੈ, ਮੇ ਬੀ 1.5 ਕੁ ਘੰਟਾ ਪਹਿਲਾਂ ਅਸੀਂ ਵਾਸ਼ਰੂਮ ਗਏ ਸੀ ਕਿਤੇ, ਉਹ ਖਾਨ ਸਮਥਿੰਗ ਫੂਡ ਕੋਰਟ ਸਮਥਿੰਗ ਕੁਛ ਸੀਗਾ, ਉੱਥੇ ਲੋਕੀ ਕੋਈ ਖਾ ਰਹੇ ਸੀ, ਦਿੱਲੀ ਦੇ ਲੋਕ ਸੀਗੇ, ਉਹ ਕਾਰਪੋਰੇਟ 'ਚ ਕੰਮ ਕਰ ਰਹੇ ਆ। ਉਹ ਕਹਿੰਦੇ ਅਸੀਂ संडे वाले दिन इत्थे आए हैं, हमने पंजाबियों के बारे में सुना था, लेकिन हम देखने आए हैं और देख के इतनी खुशी हो रही है कि सच में पंजाबी ऐसे होते हैं। एंड दे सेड यू पीपल आर फाइटिंग फॉर अस एज वेल। वो कहते हम कैसे सहयोग दे सकते। उन्होंने सानू इन्ना वो किया ना, असी अंदर गए सी वॉशरूम, वो सानू कह रहे बैठो आप प्लीज़ हमारे साथ बैठो ना। एक मुसलमान सीगे लड़की है ना, डिफरेंट 3-4 जाने सीगे, ते उन्होंने अपना भी दसिया कि असी कॉरपोरेट नाल काम कर रहे हैं। उन्होंने वो अपना दुख सुनाउण लग गए, जिद्दां ना एक उम्मीद की किरण नहीं हुंदी, जिद्दां असी कुछ कर देना। वो सानू दसन लग गए कि असी कॉरपोरेट च काम करते हैं ते ये हो रहा साडे नाल।
ਪੰਜਾਬ ਨੂੰ ਵੀ ਜਾਗੀ, ਤੁਸੀਂ ਸੋਚੋ ਮਤਲਬ ਪੰਜਾਬ ਨੂੰ ਤੇ ਜਾਗੀ ਉਹਦੇ ਨਾਲ ਪੂਰੇ ਦੇਸ਼ ਨੂੰ ਜਾਗੀ ਪਈ ਹੈ। ਦਿੱਲੀ ਦੇ ਲੋਕ ਕਹਿਣ ਲੱਗ ਗਏ ਉਮੀਦ ਨੂੰ ਬੂਰ ਪਏਗਾ, ਬਿਲਕੁਲ ਕਿਉਂ ਨਹੀਂ ਪਏਗਾ ਜਦੋਂ ਇੱਥੋਂ ਤੱਕ ਲੋਕੀ ਕਹਿ ਰਹੇ ਆ। ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ, ਥੈਂਕ ਯੂ। ਸੋ ਇਹ ਪੰਜਾਬ ਦੀ ਧੀ ਹੈ, ਜਿਹੜਾ ਮਿੱਟੀ ਨਾਲ ਜੁੜਿਆ ਹੁੰਦਾ ਨਾ ਬਾਈ, ਭਾਵੁਕ ਤਾਂ ਹੋ ਹੀ ਜਾਂਦਾ। ਤਿਆਗ ਪੂਰਾ ਪੰਜਾਬ ਕਰ ਰਿਹਾ ਹੈ, ਪੰਜਾਬ ਦੀ ਇਸ ਧੀ ਨੇ ਵੀ ਤਿਆਗ 'ਚ ਆਪਣਾ ਯੋਗਦਾਨ ਪਾਇਆ ਹੈ। ਉਮੀਦ ਹੈ ਕਿ ਸਾਡੀ ਉਮੀਦ ਨੂੰ ਬੂਰ ਜ਼ਰੂਰ ਪਏਗਾ। ਆਪਣੇ ਸਹਿਯੋਗੀ ਨਵਰੀਤ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।